ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਬਾਲ ਮੁਕੰਦ ਸ਼ਰਮਾ ਜੀ ਸ਼ਾਮਲ ਹੋ ਰਹੇ ਨੇ। ਬਾਲ ਮੁਕੰਦ ਸ਼ਰਮਾ ਜੀ ਦਾ ਨਾਮ ਕਿਸੇ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ। ਇਹਨਾਂ ਨੂੰ ਅਸੀਂ ਸਾਰੇ, ਤੁਸੀਂ ਇਹ ਕਹਿ ਲਓ ਵੀ ਪੰਜਾਬੀਆਂ ਦੇ ਵਿੱਚ ਜੇ ਕੋਈ ਭਤੀਜਾ ਸਭ ਤੋਂ ਜ਼ਿਆਦਾ ਪੋਪੂਲਰ ਹੋਇਆ, ਜੇ ਕੋਈ ਭਤੀਜ ਸਭ ਤੋਂ ਜ਼ਿਆਦਾ ਮਕਬੂਲ ਅਤੇ ਮਸ਼ਹੂਰ ਹੋਇਆ ਤੇ ਉਹ ਸ਼ਰਮਾ ਸਾਹਿਬ ਨੇ। ਛਣਕਾਟਾ ਇੱਕ ਆਪਣੇ ਆਪ ਦੇ ਵਿੱਚ ਅਜਿਹੀ ਪਿਰਤ ਪਈ ਜਿਹਦੇ ਵਿੱਚ ਜਸਵਿੰਦਰ ਭੱਲਾ ਜੀ ਅਤੇ ਬਾਲ ਮੁਕੰਦ ਸ਼ਰਮਾ ਜੀ ਨੇ ਇੱਕ ਅਜਿਹੀ ਛਾਪ ਛੱਡੀ ਹੈ ਸਾਰਿਆਂ ਦੇ ਮਨਾਂ 'ਤੇ ਕਿ ਜਦੋਂ ਤੁਸੀਂ ਅੱਜ ਵੀ ਛਣਕਾਟੇ ਦਾ ਉਹ ਜੋ ਪੇਸ਼ਕਾਰੀ ਦਾ ਅੰਦਾਜ਼, ਉਹਦਾ ਕੰਟੈਂਟ, ਉਹਦਾ ਰੈਲੇਵੈਂਸ, ਉਹ ਜਿਹੜੀ ਉਹ ਭਾਵੇਂ ਉਹਦਾ ਸੰਦਰਭ, ਜੇ ਤੁਸੀਂ 1988, 99, 90, 91, 92 ਵਾਲੇ ਛਣਕਾਟੇ ਕੱਢੋਗੇ, ਉਹਦਾ ਸੰਦਰਭ ਭਾਵੇਂ ਉਸ ਸਮੇਂ ਦੀ ਜ਼ਿੰਦਗੀ ਦੇ ਨਾਲ ਜੁੜਦਾ, ਪਰ ਉਹ ਅੱਜ ਵੀ ਚੀਜ਼ਾਂ ਉਨੀਆਂ ਹੀ ਰੈਲੇਵੈਂਟ ਨੇ ਕਿਉਂਕਿ ਕੁਝ ਅਜਿਹੇ ਅਹਿਸਾਸ ਨੇ ਜਾਂ ਤੁਸੀਂ ਇਹ ਕਹਿ ਲਓ ਵੀ ਸਾਡੇ ਮੁਆਸ਼ਰੇ ਦੇ ਵਿੱਚ ਕੁਝ ਅਜਿਹੀਆਂ ਪ੍ਰਵਿਰਤੀਆਂ ਨੇ ਜਿਹੜੀਆਂ ਸਮੇਂ ਦੇ ਨਾਲ ਨਾਲ ਉਨੀ ਤੇਜ਼ੀ ਨਾਲ ਨਹੀਂ ਬਦਲਦੀਆਂ ਜਿੰਨੀਆਂ ਕਿ ਉਹਨਾਂ ਦੇ ਵਿੱਚ ਸੈਟਾਇਰ ਦੇ ਨਾਲ ਇੱਕ ਚੇਟਕ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਤਬਦੀਲੀ ਆਵੇ। ਅੱਛਾ, ਹੁਣ ਬੜਾ ਤੁਹਾਡਾ ਇੰਟਰਸਟਿੰਗ ਕਰੀਅਰ ਹੈ ਜੀ। ਦੇਖੋ, ਜੇ ਅਸੀਂ ਓਵਰਆਲ ਦੇਖਦੇ ਹਾਂ ਨਾ, ਸਪੈਸ਼ਲੀ ਜਿਸ ਦੌਰ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ, ਤੁਸੀਂ ਐਕੈਡੈਮਿਕਲੀ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਉਦੋਂ ਪੜ੍ਹਾਈ ਕਰ ਰਹੇ ਸੀ, ਉਸ ਤੋਂ ਬਾਅਦ ਤੁਸੀਂ MBA ਕੀਤੀ, ਤੁਸੀਂ ਮਾਰਕਫੈਡ ਦੇ ਵਿੱਚ ਮੈਂ ਇੱਕ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਦੇ ਤੌਰ 'ਤੇ ਤੁਸੀਂ ਰਿਟਾਇਰ ਹੋਏ ਹੋ। ਸੋ ਤੁਹਾਡਾ ਜਿਹੜਾ ਕਰੀਅਰ ਦਾ ਗ੍ਰਾਫ ਸੀ, ਜਿਹੜਾ ਪ੍ਰੋਫੈਸ਼ਨਲੀ, ਉਹ ਬੜਾ ਵਧੀਆ ਚੱਲ ਰਿਹਾ ਸੀ, ਪਰ ਉਹਦੇ ਨਾਲ ਨਾਲ ਜਿਹੜਾ ਇੱਕ ਐਜ਼ ਅ ਪਰਫਾਰਮਰ ਆਪਣੀ ਪ੍ਰੋਫਾਈਲ ਨੂੰ ਮੇਨਟੇਨ ਰੱਖਣਾ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਔਖਾ ਸੀ? ਸੈਣੀ ਸਾਹਿਬ, ਜਦੋਂ ਤੁਸੀਂ ਕੋਈ ਚੀਜ਼ ਪੈਸ਼ਨ ਤੌਰ 'ਤੇ ਪਰਸਿਊ ਕਰਦੇ ਆ ਜੀ, ਤਾਂ ਉਹ ਚੀਜ਼ ਕਦੇ ਵੀ ਔਖੀ ਨਹੀਂ ਹੁੰਦੀ। ਜੀ, ਮੇਰਾ ਪ੍ਰੋਫੈਸ਼ਨ ਥਰੂ ਆਊਟ ਮਾਰਕਫੈਡ ਰਿਹਾ, ਮੇਰਾ ਪੈਸ਼ਨ ਜਿਹੜਾ ਉਹ ਕਾਮੇਡੀ ਰਿਹਾ, ਅਤੇ ਕਾਮੇਡੀ ਨੂੰ ਮੈਂ ਅਤੇ ਭੱਲਾ ਸਾਹਿਬ ਨੇ ਬਤੌਰ ਪ੍ਰੋਫੈਸ਼ਨ ਤਾਂ ਕਦੀ ਅਡੋਪਟ ਕੀਤਾ ਹੀ ਨਹੀਂ, ਬਿਕੋਜ਼ ਭੱਲਾ ਸਾਹਿਬ ਨੇ ਵੀ ਬਤੌਰ ਪ੍ਰੋਫੈਸਰ ਐਂਡ ਹੈਡ PAU ਵਿੱਚ ਅਤੇ ਮੈਂ ਮਾਰਕਫੈਡ ਵਿੱਚ ਜੋਬ ਕੀਤੀ। 32-34 ਸਾਲ ਦਾ ਸਾਡਾ ਕਰੀਅਰ ਆ ਇਨ ਗੌਰਮੈਂਟ ਸਰਵਿਸਿਜ਼। ਬਟ ਇੱਕ ਕਾਲਜ ਪੜ੍ਹਦੇ ਜਿਹੜਾ ਸ਼ੌਕ ਪੈ ਗਿਆ ਸੀ, ਉਹ ਕਮੇਡੀ ਨੂੰ ਜਰਨਲਿਜ਼ਮ ਦੇ ਵਿੱਚ ਕਨਵਰਟ ਕਰਕੇ ਅਸੀਂ ਇੱਕ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਹੜੇ ਛਣਕਾਟੇ ਕਰਦੇ ਸੀਗੇ ਅਤੇ ਅਸੀਂ 6 ਮਹੀਨੇ ਸਾਲ ਦੀਆਂ ਸਾਰੀਆਂ ਡਿਵੈਲਪਮੈਂਟ, ਪੋਲੀਟੀਕਲ ਡਿਵੈਲਪਮੈਂਟ ਉਹ ਇਕੱਠੀਆਂ ਕਰਕੇ ਇੱਕ ਡਾਇਰੀ 'ਚ ਨੋਟ ਕਰਦੇ ਰਹਿੰਦੇ ਸੀਗੇ। ਉਹਦੇ ਬੇਸ 'ਤੇ ਅਸੀਂ ਉਸ ਮੌਕੇ ਦੀ ਰੈਲੇਵੈਂਟ ਸਟੋਰੀ ਜਿਹੜੀ ਆ, ਜਾਂ ਇਨ ਅਦਰ ਵਰਡਸ ਆਈ ਵੁੱਡ ਸੇ ਪ੍ਰੈਡਿਕਸ਼ਨ ਕਰਦੇ ਸੀ, ਪੋਲੀਟੀਕਲ ਪ੍ਰੈਡਿਕਸ਼ਨਸ। ਜੀ ਜੀ ਜੀ। ਅਤੇ ਅਸੀਂ ਫੋਰਚੂਨੇਟ ਰਹੇ ਹਾਂ ਕਿ ਉਹ ਨਾ ਬਿਲਕੁਲ ਸਿੱਧੀ ਪੈਂਦੀ ਰਹੀ। ਆਈ ਵਿਲ ਗਿਵ ਯੂ ਵਨ ਐਗਜ਼ਾਮਪਲ ਕਿ ਅਸੀਂ 99 'ਚ ਇੱਕ ਪ੍ਰੈਡਿਕਸ਼ਨ ਮਤਲਬ ਕਰਤੀ ਕਿ ਅਸੀਂ ਕਿ ਸੁਖਬੀਰ ਬਾਦਲ ਜੀ ਵੱਡੇ ਬਾਦਲ ਸਾਹਿਬ ਨੂੰ ਫੋਨ 'ਤੇ ਕਹਿੰਦੇ ਆ ਕਿ ਪਾਪਾ ਜੀ ਮੈਨੂੰ ਪਲੀਜ਼ ਨਾ ਫਰੀਦਕੋਟ ਟਿਕਟ ਨਾ ਦੇਈਓ। ਅਤੇ ਪਾਪਾ ਜੀ ਕਹਿੰਦੇ ਕਿਉਂ ਬੇਟਾ? ਕਹਿੰਦਾ ਕਿਉਂਕਿ ਲੋਕ ਮੈਨੂੰ ਜਾਣਦੇ ਆ ਜੀ। ਯਾਨੀ ਇਹ ਕੀਤਾ ਵਿਅੰਗ ਸੀਗਾ। ਅਤੇ ਅਸੀਂ ਸੋਚਿਆ ਵੀ ਜੇ ਅਸੀਂ ਰਿਲੀਜ਼ ਕਰਤੀ ਅਤੇ ਸੁਖਬੀਰ ਜੀ ਇਲੈਕਸ਼ਨ ਜਿੱਤ ਜਾਂਦੇ ਆ ਅਤੇ ਜਿਹੜਾ ਵਿਅੰਗ ਫਿੱਕਾ ਪੈ ਜਾਏਗਾ ਜੀ। ਅਤੇ ਅਸੀਂ, ਮੈਨੂੰ ਯਾਦ ਆ ਕਿ ਮੈਂ 99 ਨਵੰਬਰ ਦੀ ਗੱਲ, ਅਕਤੂਬਰ ਦੀ, ਆਈ ਵਾਜ਼ DM ਮਾਰਕਫੈਡ ਲੁਧਿਆਣਾ, ਅਤੇ ਪਾਇਲ ਮੰਡੀ 'ਚ ਮੈਂ ਪੈਡੀ ਦੀ ਇੰਸਪੈਕਸ਼ਨ ਵਾਸਤੇ ਗਿਆ ਸੀ। ਮੈਨੂੰ ਫੋਨ ਕਾਲ ਆਈ ਕਿ ਸੁਖਬੀਰ ਜੀ ਹਾਰ ਗਏ। ਮੈਂ ਭੱਲਾ ਜੀ ਨੂੰ ਫੋਨ ਮਾਰਿਆ, ਮੈਂ ਭੱਲਾ ਜੀ ਕੈਸੇ ਰਿਲੀਜ਼ ਕਰ ਦਿਓ? ਕਹਿੰਦੇ ਕਿਉਂ? ਮੈਂ ਸੁਖਬੀਰ ਜੀ ਹਾਰ ਗਏ ਆ। ਯਾਨੀ ਕੋਈ ਵੀ ਤੁਸੀਂ ਪ੍ਰੈਡਿਕਸ਼ਨ ਕਰਦੇ ਆ ਉਹਦਾ ਰੈਲੇਵੈਂਸ ਬਣਾ ਕੇ ਕਮੇਡੀ ਕਰਦੇ ਸੀ। ਅੱਛਾ, ਜਦੋਂ ਕਿਉਂਕਿ ਤੁਸੀਂ ਦੇਖੋ ਖੁਦ ਗਵਰਨਮੈਂਟ ਜੋਬ ਦੇ ਵਿੱਚ ਰਹੇ, ਇਹਦੇ ਨਾਲ ਨਾ ਸੰਬੰਧਿਤ 2-3 ਚੀਜ਼ਾਂ ਮੈਂ ਤੁਹਾਡੇ ਤੋਂ ਜ਼ਰੂਰ ਜਾਣਨੀਆਂ ਚਾਹਾਂਗਾ ਜੀ, ਕਿਉਂਕਿ ਬੜਾ ਉਹ ਤੁਹਾਡੇ ਵਾਸਤੇ ਉਹ ਨੈਵੀਗੇਟ ਕਰਨਾ ਸੁਖਾਲਾ ਨਹੀਂ ਰਿਹਾ ਹੋਏਗਾ। ਕਿਉਂਕਿ ਜਦੋਂ ਤੁਸੀਂ ਗਵਰਨਮੈਂਟ ਜੋਬ ਕਰ ਰਹੇ ਹੋ, ਜਿਹੜਾ ਤੁਹਾਡੇ ਕੰਟੈਂਟ ਦੇ ਵਿੱਚ ਸੈਟਾਇਰ ਆ, ਉਹਦੇ ਵਿੱਚ ਪੋਲੀਟੀਕਲ ਸੈਟਾਇਰ ਬੜਾ ਭਾਰੂ ਆ। ਉਸ ਤਰ੍ਹਾਂ ਦਾ ਕੰਟੈਂਟ ਉਦੋਂ ਵੈਸੇ ਹੀ ਵੇਖਣ ਸੁਣਨ ਨੂੰ ਨਹੀਂ ਸੀ ਮਿਲਦਾ। ਉਹ ਜਿਹੜਾ ਜੌਨਰਾ ਸੀ, ਉਹ ਇਹ ਕਹਿ ਲਓ ਵੀ ਓਪਨ ਅਪ ਹੀ ਤੁਹਾਡੀਆਂ ਅਤੇ ਭੱਲਾ ਸਾਹਿਬ ਦੀ ਪਰਫੋਰਮੈਂਸਿਸ ਦੇ ਨਾਲ ਹੋਇਆ। ਕਿੰਨਾ ਕੁ ਮੁਸ਼ਕਿਲ ਸੀ ਗਵਰਨਮੈਂਟ ਜੋਬ ਦੇ ਵਿੱਚ ਰਹਿੰਦੇ ਹੋਏ ਗਵਰਨਮੈਂਟ ਦੀ ਹੀ ਨਿਖੇਧੀ ਕਰਨਾ ਜਾਂ ਗਵਰਨਮੈਂਟ ਦੇ ਉੱਪਰ ਇਸ ਤਰ੍ਹਾਂ ਦਾ ਸੈਟਾਇਰ ਕਰਨਾ, ਚੁਟਕਲਾ ਬਣਾਉਣਾ ਅਤੇ ਉਹਨਾਂ ਨੂੰ ਆਪਣੇ ਨਿਸ਼ਾਨੇ 'ਤੇ ਸਾਧਣਾ? ਜੇ ਮੈਂ ਓਨੈਸਟਲੀ ਤੁਹਾਡੇ ਗੱਲ ਦਾ ਆਨਸਰ ਕਰਾਂ ਤਾਂ ਮੈਂ ਸਮਝਦਾ ਵਕਤ ਜਿਹੜਾ ਨਾ ਉਹ ਬਹੁਤ ਚੰਗਾ ਸੀ ਉਸ ਵੇਲੇ। ਯਾਨੀ ਉਦੋਂ ਆਹ ਛੇਤੀ ਡਿਫੇਮੇਸ਼ਨ ਦੇ ਕੇਸ ਪਾਉਣੇ, ਮਾਨਹਾਨੀ ਕਰਨੀ, ਸੋਸ਼ਲ ਮੀਡੀਆ ਐਕਟਿਵ ਨਹੀਂ ਸੀ, ਅਤੇ ਲੋਕਾਂ ਦੀ, ਜਾਂ ਮੈਂ ਕਹਾਂ ਜਿਹੜੇ ਸਾਡੇ ਪੋਲੀਟੀਸ਼ੀਅਨ ਦੀ ਵੀ ਫਰਾਖ ਦਿਲੀ ਜਾਂ ਅਬਜ਼ੋਰਪਸ਼ਨ ਜਾਂ ਟੋਲਰੈਂਸ ਮਚ ਬੈਟਰ ਸੀ। ਆਈ ਐਮ ਨਾਟ ਬਲੇਮਿੰਗ ਇੰਡੀਵਿਜੂਅਲ, ਆਈ ਐਮ ਜਸਟ ਟਰਾਈਂਗ ਟੂ ਕਨੈਕਟ ਦਾ ਪ੍ਰੈਜੈਂਟ ਪੋਲੀਟੀਕਲ ਸਿਨੈਰੀਓ ਵਿਦ ਪਾਸਟ। ਜੀ, ਜਿਹੜੀ ਉੱਥੋਂ ਦੇ ਉਸ ਵੇਲੇ ਪੋਲੀਟੀਸ਼ੀਅਨ ਸੀ, ਉਹ ਮੂੰਹੋਂ ਕਹਿੰਦੇ ਹੁੰਦੇ ਸੀਗੇ ਕਿ ਵੀ ਆਰ ਪੋਲੀਟੀਕਲ ਪੀਪਲ, ਵੀ ਨੋ ਦੈਟ ਸਾਡੇ ਸਟਾਰ ਹੋਣਗੇ। ਵਨ ਆਫ ਦੀ ਟਾਈਮ ਇੱਕ ਚੀਫ ਮਿਨਿਸਟਰ ਸਾਹਿਬ ਨੇ ਸਾਨੂੰ ਗੱਲ ਕਹੀ ਸੀ ਕਿ ਅਮਰੀਕਾ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਨੂੰ ਲਾਈਵ ਸ਼ੋਅ 'ਚ ਸਟੇਜ 'ਤੇ ਖੜਾ ਕੇ ਡੰਕੀ ਇੱਦਾਂ ਦੇ ਲਫ਼ਜ਼ ਵੀ ਮੂੰਹ 'ਤੇ ਵਰਤਦੇ ਆ, ਅਤੇ ਦੇ ਡੋਂਟ ਮਾਈਂਡ ਬਿਕੋਜ਼ ਦੇ ਨੋ ਕਿ ਪੋਲੀਟੀਕਲ ਵਿਅੰਗ ਹੁੰਦੇ ਆ। ਸਾਨੂੰ ਇੱਕ ਚੀਜ਼ ਦਾ ਗਿਆਨ ਸੀਗਾ ਸੈਣੀ ਸਾਹਿਬ,
ਕਿ ਇਨ ਇੰਡੀਆ ਦੀ ਲਾਅ ਪਰਮਿਟਸ ਐਕਸੈਪਟ ਪ੍ਰੈਜ਼ੀਡੈਂਟ ਆਫ ਇੰਡੀਆ ਜੀ 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 ਯੂ ਕੈਨ ਮੇਕ ਐਨੀ ਸਟਾਰ। ਸਿਰਫ ਰਾਸ਼ਟਰਪਤੀ ਜੀ ਦੇ ਅਸੀਂ ਤੁਸੀਂ ਦੇਖੋ ਕਿ ਕੋਈ ਕਾਰਟੂਨ ਨਹੀਂ ਹੁੰਦਾ, ਰਾਸ਼ਟਰਪਤੀ ਕੋਈ ਕਾਰਟੂਨ ਨਹੀਂ ਬਣਾ ਸਕਦਾ। ਦ ਹਾਈਐਸਟ ਚੇਅਰ ਇਨ ਦ ਕੰਟਰੀ। Yeah, but Prime Minister you can make all cartoons, you can make all stars. So politically ਜਿਹੜੀ space ਹੈਗੀ ਉਹ available ਆ। Unfortunately certain politician ਇਸ ਗੱਲ ਨੂੰ prestige ਬਣਾ ਕੇ ਉਹਨੂੰ ਕੋਈ ਕਿਸੇ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਨ, ਉਹਨਾਂ ਨੂੰ ਮੂੰਹ ਦੀ ਪਈ ਇਸ ਸਮੇਂ ਜਦੋਂ ਇਹ ਹੋਈ ਸੀ ਘਟਨਾਵਾਂ। ਬਟ ਸਾਨੂੰ ਇਹ ਖੁਸ਼ੀ ਆ ਕਿ ਮੈਂ ਤੇ ਭੱਲਾ ਜੀ ਨੇ 2003 ਵਿੱਚ ਜਦੋਂ ਕਮੇਡੀ ਇਦਾਂ ਦੀ ਕੀਤੀ ਬਾਈ ਨੇ, ਦੇਰ ਵਾਜ਼ ਸਮ ਪ੍ਰੋਬਲਮ, ਬਟ ਉਸ ਵੇਲੇ ਦੇ ਪੋਲੀਟੀਕਲ ਸਟੇਟ ਦੇ ਬੌਸ ਸੀਗੇ, ਉਹਨਾਂ ਨੇ ਸਾਹਸ ਕੀਤਾ ਕਿ ਕਮੇਡੀ ਵਰ ਰਾਈਟ, ਆਵਰ ਬਿਊਰੋਕਰੇਟ ਵਾਜ਼ ਰੋਂਗ। ਜੀ ਇਸ ਕਰਕੇ ਸਾਨੂੰ ਇਨਸਾਫ ਹੀ ਮਿਲਿਆ ਤੇ ਕਮੇਡੀ ਨੂੰ ਉਸ ਵੇਲੇ ਸਟਰੋਂਗ ਕਰਨ ਵਾਸਤੇ ਜਸਪਾਲ ਭੱਟੀ ਜੀ ਨੇ, ਭਗਵੰਤ ਮਾਨ ਜੀ ਨੇ, ਘੁੱਗੀ ਜੀ ਨੇ ਔਰ ਸਾਡੇ ਸਾਰੇ ਮੀਡੀਆ ਨੇ ਜੀ ਜੋ ਮੇਰੀ ਤੇ ਭਲੇ ਸਪੋਰਟ ਕੀਤੀ ਸੀ। ਵੀ ਕੈਨ ਨੈਵਰ ਫੋਰਗੇਟ ਦੈਟ। ਇੱਕ ਅੱਛਾ ਇਹ ਤਾਂ ਰਿਹਾ ਬਤੌਰ ਐਨ ਆਰਟਿਸਟ ਜਿਹੜਾ ਤੁਹਾਡਾ ਕੰਟੈਂਟ ਸੀ ਉਹ ਹਕੂਮਤ ਦੇ ਨਾਲ ਕਿਵੇਂ, ਕਿਉਂਕਿ ਹਕੂਮਤ ਤੇ ਟਕੋਰ ਕਰਨੀ ਹੈ, ਪਰ ਉਹਨੂੰ ਕਿਵੇਂ ਉਹ ਰਾਸ ਬਹਿੰਦਾ ਸੀ, ਕਿਉਂਕਿ ਤੁਸੀਂ ਐਜ਼ ਐਨ ਆਫਿਸਰ ਮਾਰਕਫੈਡ ਦੇ ਵਿੱਚ ਜੌਬ ਕਰ ਰਹੇ ਹੋ, ਤੁਹਾਡੇ ਅੰਡਰ ਬਹੁਤ ਸਾਰੇ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ। ਇੱਕ ਹੁਣ ਤੇ ਨਾ ਚਲੋ ਕਾਫੀ ਤਬਦੀਲੀਆਂ ਆ ਗਈਆਂ, ਹੁਣ ਅਸੀਂ ਕਿਸੇ ਵੀ ਵਿਅਕਤੀ ਨੂੰ ਐਜ਼ ਅ ਮਲਟੀ ਫੈਸੇਟਿਡ ਪਰਸਨੈਲਿਟੀ ਵੇਖਣ ਨੂੰ ਸੋਸਾਇਟੀ ਉਸ ਵਾਸਤੇ ਤਿਆਰ ਹੋ ਗਈ ਆ। ਪਰ ਉਦੋਂ ਇੱਕ ਆਫਿਸਰ ਦਾ ਇੱਕ ਪਰਸੋਨਾ, ਆਫਿਸਰ ਦਾ ਦਬਦਬਾ, ਆਫਿਸਰ ਦਾ ਜਿਹੜਾ ਇੱਕ ਕਹਿ ਲਓ ਵੀ ਉਹਦਾ ਰੋਬ ਆ, ਉਹ ਬਹੁਤ ਮਾਇਨੇ ਰੱਖਦਾ ਹੁੰਦਾ ਸੀ, ਹੁਣ ਵੀ ਰੱਖਦਾ। ਜਿਹੜੇ ਤੁਹਾਡੀਆਂ ਉਹ ਪਰਫੋਰਮੈਂਸਿਸ ਸੀਗੀਆਂ, ਕਦੇ ਤੁਹਾਨੂੰ ਇੰਜ ਉਹ ਜਿਹੜਾ ਬੈਲੈਂਸ ਸੀ ਉਹ ਕਿਵੇਂ ਕੀਤਾ ਵੀ ਜਿਹੜਾ ਤੁਹਾਡਾ ਆਫੀਸ਼ੀਅਲ ਰਿਸਪੌਂਸਿਬਿਲਿਟੀ ਹੈ ਇਨ ਯੂਰ ਪ੍ਰੋਫੈਸ਼ਨ, ਨਾਟ ਉਹ ਤੁਹਾਡਾ ਜਿਹੜਾ ਪੈਸ਼ਨ ਦੀ ਇਮੇਜ ਆ, ਉਹ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਜ਼ਰੂਰੀ ਇਮੇਜ ਹੈ ਐਜ਼ ਐਨ ਆਫਿਸਰ, ਉਹਦੇ ਪਰਛਾਵਾਂ ਜਾਂ ਛਾਪ ਨਾ ਆ ਜਾਵੇ। ਮੈਂ ਤੁਹਾਡੀ ਇਸ ਗੱਲ ਦਾ ਆਨਸਰ ਨਾ ਇੱਕ ਆਪਣੇ ਐਕਸਪੀਰੀਅੰਸ ਦੇ ਸੁਣਾਊਂਗਾ, ਔਰ ਉਹਦੇ ਵਿੱਚ ਮੈਂ ਦੋਨੋਂ ਚੀਜ਼ਾਂ ਆ ਜਾਣਗੀਆਂ, ਮੇਰੇ ਆਰਟਿਸਟ ਪੱਖ ਵੀ ਤੇ ਮੇਰਾ ਐਜ਼ ਆਫਿਸਰ ਪੱਖ ਵੀ। ਜੀ 2004-05 ਦੀ ਗੱਲ ਆ ਜੀ ਇਹ, ਕਿ ਭਗਵੰਤ ਮਾਨ ਸਾਹਿਬ ਉਦੋਂ ਪੋਲੀਟਿਕਸ ਜੁਆਇਨ ਨਹੀਂ ਸੀ ਕੀਤੇ, ਹੀ ਵਾਜ਼ ਏ ਟੌਪ ਕਮੇਡੀਅਨ। ਉਹਨਾਂ ਨੂੰ ਇੱਕ ਵਿਜੇ ਜੀ ਕੰਪਨੀ ਨੇ ਹਾਇਰ ਕੀਤਾ ਐਜ਼ ਬ੍ਰਾਂਡ ਐਂਬੈਸਡਰ, ਤੇ ਉਸ ਕੰਪਨੀ ਨੇ ਆਪਣੇ ਕੋਈ ਕਹਿ ਲਓ ਵੈਦਰ ਫੋਰਕਾਸਟਿੰਗ ਕਾਰਡਸ ਸੈੱਲ ਕਰਨੇ ਸੀ ਟੂ ਦ ਫਾਰਮਰ ਆਫ ਪੰਜਾਬ। ਅੱਛਾ ਜੀ। ਉਹਨਾਂ ਦਾ ਮਾਡਲ ਸੀ ਅਸੀਂ ਸੁਸਾਇਟੀਜ਼ ਰਾਹੀਂ ਵੇਚਾਂਗੇ ਤਾਂ ਸਾਡੇ ਕਾਰਡ ਸਹੀ ਟਾਰਗੇਟ ਤੇ ਪਹੁੰਚ ਜਾਣਗੇ, ਤੇ ਮਾਰਕਫੈਡ ਨਾਲ ਆਫੀਸ਼ੀਅਲੀ ਕੰਪਨੀ ਦਾ MOU ਐਗਰੀਮੈਂਟ ਹੋ ਗਿਆ। ਆਈ ਵਾਜ਼ ਹੈਡਿੰਗ ਦੈਟ ਡਿਵੀਜ਼ਨ, ਮੈਂ ਚੀਫ ਮੈਨੇਜਰ ਇਨਪੁਟ ਸੀਗਾ, ਤੇ ਉਹ ਜਿਹੜਾ ਫਾਰਮਰਸ ਦਾ ਲਿੰਕਸ ਮੇਰਾ ਹੀ ਸੀਗਾ ਫਾਰਮਰਸ ਨਾਲ। ਸੋ ਮੈਨੂੰ ਉੱਥੇ ਕਿਸਾਨ ਮੇਲੇ ਤੇ ਉਹਨਾਂ ਨੇ ਇੱਕ ਸਟਾਲ ਲਈ ਕੰਪਨੀ ਨੇ, ਭਗਵੰਤ ਮਾਨ ਜੀ ਬ੍ਰਾਂਡ ਐਂਬੈਸਡਰ ਗਏ, 700-800 ਫਾਰਮਰ ਸੀਗੇ, ਤੇ ਮੈਨੂੰ ਐਜ਼ ਚੀਫ ਮੈਨੇਜਰ ਮਾਰਕਫੈਡ ਜਾਣਾ ਪਿਆ। ਤੁਸੀਂ ਠੀਕ ਕਹਿ ਰਹੇ ਹੋ, ਐਜ਼ ਅਫਸਰ ਜਾਂਦੇ ਆ ਤੇ ਯੂ ਆਰ ਇਨ ਡਿਫਰੈਂਟ ਰੋਲ ਜੀ। ਮੈਂ ਪਹਿਲੀ ਲਾਈਨ ਦੇ ਵਿੱਚ ਆਪਦਾ ਡਰਾਈ ਜਿਹਾ ਫੇਸ ਬਣਾ ਕੇ ਐਜ਼ ਅਫਸਰ ਬੈਠ ਗਿਆ, ਜਿਵੇਂ ਬਿਊਰੋਕਰੇਟ ਹੁੰਦੇ ਆ, ਤੇ ਭਗਵੰਤ ਮਾਨ ਜੀ ਸਟੇਜ ਤੇ ਜਾਂਦੇ ਹੀ ਉਹਨਾਂ ਨੇ ਮੈਨੂੰ ਦੇਖ ਲਿਆ ਬੈਠੇ ਨੂੰ ਜੀ, ਤੇ ਉਹ ਹੁਣ ਇੰਸਟੈਂਟ ਕਮੇਡੀਅਨ ਹੈਗੇ ਸੀਗੇ, ਕਹਿੰਦੇ ਅਖਬਾਰਾਂ ਵਾਲਿਓ ਮੈਨੂੰ ਪਤਾ ਕਿ ਤੁਸੀਂ ਖਬਰ ਇਹ ਛਾਪ ਦੇਣੀ ਆ ਕਿ ਬਾਲ ਮੁਕੰਦ ਸ਼ਰਮਾ ਨੇ ਜਸਵਿੰਦਰ ਭੱਲਾ ਸਾਥ ਛੱਡਿਆ ਤੇ ਭਗਵੰਤ ਮਾਨ ਆ ਮਿਲਿਆ, ਕਿਉਂਕਿ ਕਮੇਡੀਅਨ ਸੀਗੇ। ਤੇ ਮੈਂ ਮਾਨ ਸਾਹਿਬ ਨੂੰ ਕਿਹਾ, ਮਾਨ ਸਾਹਿਬ ਮੈਨੂੰ ਜਵਾਬ ਤਾਂ ਆ ਗਿਆ, ਬਟ ਇਸ ਵੇਲੇ ਮੈਂ ਨਹੀਂ ਦਊਂਗਾ ਕਿ ਮੈਂ ਐਜ਼ ਅਫਸਰ ਆਇਆ ਹਾਂ, ਆਪਾਂ ਰਾਤ ਡਿਨਰ ਤੇ ਗੱਲ ਕਰਾਂਗੇ। ਤੇ ਅਸੀਂ ਸੈਣੀ ਸਾਹਿਬ ਰਾਤ ਨੂੰ ਡਿਨਰ ਤੇ ਇਕੱਠੇ ਹੋਏ, ਤੇ ਮੈਂ ਮਾਨ ਸਾਹਿਬ ਨੂੰ ਕਿਹਾ, ਮੈਂ ਕਿਹਾ ਮਾਨ ਸਾਹਿਬ ਖਬਰ ਇਹ ਨਹੀਂ ਬਣਨੀ ਕਿ ਬਾਲ ਮੁਕੰਦ ਨੇ ਜਸਵਿੰਦਰ ਭੱਲਾ ਸਾਥ ਛੱਡਿਆ ਤੇ ਭਗਵੰਤ ਮਾਨ ਜੀ ਨਾਲ ਮਿਲਿਆ, ਖਬਰ ਇਹ ਬਣਨੀ ਆ ਕਿ ਜੱਗੀ ਤੇ ਬਾਲ ਮੁਕੰਦ ਇਕੱਠੇ ਹੋ ਗਏ, ਕਿਉਂਕਿ ਜੱਗੀ ਉਹਨਾਂ ਦਾ ਐਸੋਸੀਏਟ ਸੀਗਾ, ਮੈਂ ਭੱਲੇ ਐਸੋਸੀਏਟ ਸੀਗਾ। ਤੇ ਜੱਗੀ ਇਹ ਗੱਲ ਮੈਂ ਲਾਈਵ ਅਮਰੀਕਾ 'ਚ ਹੁਣ ਜਿਹੜਾ TV ਆ ਜਸ ਪੰਜਾਬੀ, ਜੱਗੀ ਦੇ ਮੂੰਹ ਤੇ ਜੱਗੀ ਨਾਲ ਇੰਟਰੈਕਸ਼ਨ 'ਚ ਇੱਦਾਂ ਜਦੋਂ ਤੁਸੀਂ ਬੈਠੇ ਮੇਰੇ ਨਾਲ ਇਹ ਸੁਣਾ ਕੇ ਆਇਆ। ਸੋ ਮੈਂ ਕਿਹਾ ਵੀ ਜੱਗੀ ਕਹਿੰਦਾ ਵੀ ਭਾਜੀ ਆਪਾਂ ਇਕੱਠੇ ਹੋ ਜਾਈਏ, ਸ਼ਰਮਾ ਜੀ ਤੁਸੀਂ ਮੇਰੇ ਇਲਾਕੇ ਦੇ ਆ, ਮੇਰੇ ਸੀਨੀਅਰ ਵੀ ਹੈਗੇ ਆ, ਤੇ ਭਾਜੀ ਆਪਾਂ ਰਲ ਕੇ ਕੈਸਟ ਕੱਢੀਏ, ਕੈਸਟ ਸੁਪਰ ਡੁਪਰ ਹਿੱਟ ਹੋਊਗੀ, ਵੀ ਮੇਰਾ ਦਿਮਾਗ ਤੇ ਤੁਹਾਡਾ ਪੈਸਾ, ਇਹ ਜਦੋਂ ਹਿੱਟ ਹੋਏ ਨਾ ਕੈਸਟ ਆਪਾਂ ਛਾ ਜਾਣੀ ਆ। ਮੈਂ ਕਿਹਾ ਜੱਗੀ ਹਿੱਟ ਤਾਂ ਬਾਅਦ 'ਚ ਕੈਸਟ ਬਣਨੀ ਨਹੀਂ। ਕਹਿੰਦਾ ਭਾਜੀ ਕਿਉਂ? ਮੈਂ ਕਿਹਾ ਭਰਾਵਾ ਮੇਰੇ ਕੋਲ ਪੈਸਾ ਹੈ ਨਹੀਂ, ਤੇਰੇ ਕੋਲ ਦਿਮਾਗ ਹੈ ਨਹੀਂ। ਯਾਨੀ ਕਾਮੇਡੀ ਤਾਂ ਫਿਰ ਤੁਸੀਂ ਗੱਲ, ਮੈਂ ਤੁਹਾਡੀ ਗੱਲ ਤੇ ਆ ਰਿਹਾ ਸੀਗਾ ਕਿ ਜਿਹੜਾ ਤੁਸੀਂ ਕਹਿੰਦੇ ਐਜ਼ ਆਫਿਸਰ ਦੀ ਵਿਚਰਦੇ ਆ। ਇੱਕ ਵਾਰੀ ਕੀ ਹੋਇਆ, ਮੈਂ ਜਲੰਧਰ ਡਿਸਟ੍ਰਿਕਟ ਮੈਨੇਜਰ ਸੀ, ਫਲੋਰ ਦੇ ਕੋਲ ਇੱਕ ਪਿੰਡ ਹੈ ਲਸਾੜਾ ਜੀ, ਉਸ ਪਿੰਡ ਵਿੱਚ ਜਿਹੜੀ ਕੋਆਪਰੇਟਿਵ ਸੁਸਾਇਟੀ ਸੀਗੀ, ਉਹਨਾਂ ਦਾ ਕੋਈ ਮੁਨਾਫਾ ਵੰਡ ਸਮਾਰੋਹ ਸੀ, ਤੇ ਮੈਨੂੰ ਉਹਨਾਂ ਨੇ ਐਜ਼ DM ਮਾਰਕਫੈਡ ਚੀਫ ਗੈਸਟ ਇਨਵਾਈਟ ਕੀਤਾ ਜੀ। ਹੁਣ ਤੁਸੀਂ ਸਟੇਜ ਤੇ ਬੈਠੇ ਆ, ਤੁਸੀਂ ਆਪਦਾ ਜੋ ਐਜ਼ ਅਫਸਰ ਕਿਰਦਾਰ ਨਿਭਾ ਰਹੇ ਆ, ਤੇ ਜਦੋਂ ਲੰਚ ਵਿੱਚ ਉਸ ਪਿੰਡ ਦੀਆਂ 3-4 ਗ੍ਰੈਜੂਏਸ਼ਨ ਕਰਦੀਆਂ ਕੁੜੀਆਂ ਮੇਰੇ ਕੋਲ ਆਈਆਂ ਤੇ ਕਹਿੰਦੀਆਂ ਐਕਸਕਿਊਜ਼ ਮੀ ਸਰ, ਅਸੀਂ ਤੁਹਾਡੇ ਨਾਲ ਗੱਲ ਕਰਨੀ। ਮੈਂ ਕਿਹਾ ਬੱਚੋ ਦੱਸੋ। ਕਿ ਸਰ ਅਸੀਂ ਤਾਂ ਤੁਹਾਨੂੰ ਅੱਜ ਭਤੀਜ ਦੇਖਿਆ, ਜਿਵੇਂ ਤੁਸੀਂ ਮੈਨੂੰ ਇੰਟਰੋਡਿਊਸ ਕਰਾਇਆ ਕਿ ਬਤੌਰ ਭਤੀਜ ਤੁਸੀਂ ਐਕਟ ਕਰਦੇ ਆ TV ਤੇ, ਤੁਹਾਨੂੰ ਦੇਖਦੇ ਆ ਕੈਸਟਾਂ 'ਚ, ਸ਼ਨਕਾਟੇ 'ਚ, ਸਾਨੂੰ ਪਤਾ ਹੀ ਨਹੀਂ ਸੀ ਤੁਸੀਂ ਤਾਂ ਇੱਥੇ ਅਫਸਰ ਵੀ ਬਣ ਕੇ ਆਏ ਆ,
ਅੰਕਲ ਤੁਹਾਨੂੰ ਦਿੱਕਤ ਨਹੀਂ ਆਉਂਦੀ? ਜੋ ਤੁਸੀਂ ਕੁਐਸਚਨ ਕੀਤਾ, ਬੱਚੇ ਨੇ ਪੁੱਛਿਆ, ਅਤੇ ਮੈਂ ਬੜਾ ਇੱਕ ਆਰਗੈਨਿਕ ਆਨਸਰ ਦਿੱਤਾ। ਮੈਂ ਕਿਹਾ ਬੱਚੋ, ਤੁਸੀਂ ਜਦੋਂ ਆਪਣੀ ਮਦਰ ਕੋਲ ਜਾਂਦੇ ਆ ਧੀ ਆ, ਜਦੋਂ ਤੁਸੀਂ ਆਪਣੇ ਭਰਾ ਕੋਲ ਜਾਂਦੇ ਹੋ ਉਹਦੀ ਭੈਣ ਹੋ, ਕੱਲ੍ਹ ਨੂੰ ਵਿਆਹ ਹੋਊਗਾ ਹਸਬੈਂਡ ਦੀ ਵਾਈਫ ਹੋਊਗੇ, ਪਰ ਤੁਸੀਂ ਕਰੈਕਟਰ ਤਾਂ ਇੱਕ ਹੀ ਨਾ। ਸੋ ਮੈਂ ਸਟੇਜ 'ਤੇ ਬੈਠਾ ਵਾਂ, ਮੈਂ ਆਰਟਿਸਟ ਵਾਂ, ਜੇ ਮੈਂ ਆਫਿਸ ਚੇਅਰ 'ਤੇ ਬੈਠਾ ਤਾਂ ਅਫਸਰ ਹੈਗਾ। ਜੀ। ਸੋ ਵੀ ਹੈਵ ਟੂ ਜਸਟ ਅੰਡਰਸਟੈਂਡ ਕਿ ਵਟ ਰੋਲ ਵੀ ਹੈਵ ਟੂ ਪਰਫਾਰਮ ਐਟ ਵਟ ਟਾਈਮ। ਜੀ ਬਿਲਕੁਲ। ਸ਼ਰਮਾ ਸਾਹਿਬ, ਕਲਾ ਜਗਤ ਬਾਰੇ ਤੇ ਗੱਲ ਹੋਈ, ਤੁਹਾਡੀ ਕੁਝ ਅਫੀਸ਼ੀਅਲ ਕੈਪੈਸਿਟੀ ਦੇ ਵਿੱਚ ਤੁਸੀਂ ਬਤੌਰ ਮਾਰਕਫੈਡ ਦੇ ਆਫਿਸਰ ਵਜੋਂ ਜੋ ਤੁਸੀਂ ਆਪਣੀਆਂ ਸੇਵਾਵਾਂ ਨਿਭਾਈਆਂ, ਅਤੇ ਉਹਨਾਂ ਸੇਵਾਵਾਂ ਨੂੰ ਕਿਵੇਂ ਬੈਲੈਂਸ ਕੀਤਾ ਆਪਣੇ ਆਰਟਿਸਟ ਦੇ ਪਰਸੋਨਾ ਦੇ ਨਾਲ, ਉਹ ਗੱਲ ਵੀ ਹੋਈ। ਜਦੋਂ ਤੁਸੀਂ ਉਹ ਪੋਲਿਸੀ ਮੇਕਿੰਗ ਦੇਖੀ ਆ ਕਿ ਐਟ ਦਾ ਟੇਬਲ ਉਹ ਪੋਲਿਸੀਜ਼ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਨੇ, ਓਵਰ ਦ ਈਅਰਸ ਪੰਜਾਬ ਦੇ ਵਿੱਚ ਕਿਸਾਨੀ ਨੂੰ ਕਿਹੋ ਜਿਹੀਆਂ ਸਮੱਸਿਆਵਾਂ ਦਰਪੇਸ਼ ਰਹੀਆਂ, ਅੱਜ ਵੀ ਉਹ ਸਮੱਸਿਆਵਾਂ ਐਗਜ਼ਿਸਟ ਕਰਦੀਆਂ ਨੇ, ਕੁਝ ਸਮੱਸਿਆਵਾਂ ਦਾ ਰੂਪ ਬਦਲ ਗਿਆ, ਪਰ ਕਿਸਾਨੀ ਦੇ ਉੱਪਰ ਅਜੇ ਵੀ ਬਹੁਤ ਸਾਰਾ ਬੋਝ ਅਜਿਹਾ ਪਿਆ ਹੋਇਆ ਜਿਹਨੂੰ ਲੈ ਕੇ ਨੀਤੀਆਂ ਦੇ ਵਿੱਚ ਤਬਦੀਲੀ ਦੀ ਮੰਗ ਸਮੇਂ-ਸਮੇਂ ਸਿਰ ਚੱਲਦੀ ਰਹਿੰਦੀ ਆ। ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਕੀ ਕੁਝ ਕੀਤਾ ਜਾ ਸਕਦਾ ਜੀ? ਦੇਖੋ, ਜਿਹੜਾ ਤੁਸੀਂ ਇਹ ਲਫ਼ਜ਼ ਕਿਹਾ ਕਿ ਜਦੋਂ ਕਿਸਾਨੀ ਨੂੰ ਕੋਈ ਦਿੱਕਤ ਦਰਪੇਸ਼ ਆਉਂਦੀ ਆ, ਐਜ਼ ਐਨ ਅਫਸਰ ਤੁਹਾਡਾ ਇਹ ਰੋਲ ਹੁੰਦਾ ਕਿ ਤੁਸੀਂ ਪ੍ਰੋਐਕਟਿਵ ਪਹਿਲਾਂ ਐਂਟੀਸਪੇਟ ਕਰੋ ਕਿਸੇ ਸਮੱਸਿਆ ਨੂੰ ਜੀ, ਅਤੇ ਉਹਦੇ ਵਿੱਚ ਫਿਰ ਇਨੋਵੇਟਿਵ ਕ੍ਰੀਏਟਿਵ ਆਪਦਾ ਰੋਲ ਨਿਭਾ ਕੇ ਨਾ ਉਸ ਸਮੱਸਿਆ ਨੂੰ ਆਉਣ ਹੀ ਨਾ ਦਿਓ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਇਹਦੀ ਕੋਟ ਕਰੂੰਗਾ ਵਿਜੇ ਜੀ। 2006-07 ਦੇ ਵਿੱਚ ਆਈ ਵਾਜ਼ ਹੈਂਡਲਿੰਗ ਮਾਰਕਫੈਡਜ਼ ਫਰਟੀਲਾਈਜ਼ਰ ਪੋਰਟਫੋਲੀਓ, ਅਤੇ ਸਾਨੂੰ ਜੂਨ ਜੁਲਾਈ 'ਚ ਪਤਾ ਲੱਗ ਗਿਆ ਕਿ ਅਕਤੂਬਰ ਨਵੰਬਰ ਵਿੱਚ DAP ਖਾਦ ਦੀ ਭਿਅੰਕਰ ਸ਼ਾਰਟੇਜ ਆਉਣ ਵਾਲੀ ਆ। ਕੰਟਰੀ ਦਾ ਕੋਈ ਨੈਸ਼ਨਲ ਇੰਟਰਨੈਸ਼ਨਲ ਸਿਨੈਰੀਓ ਸੀਗਾ, ਲੰਬੀਆਂ ਗੱਲਾਂ ਕਰ ਰਹੇ, ਛੋਟੀ ਗੱਲ ਕਰਦਾ ਮੈਂ। ਅਤੇ ਅਸੀਂ ਐਂਟੀਸਪੇਟ ਕਰ ਲਿਆ। ਡਾਇਰੈਕਟਰ ਖੇਤੀਬਾੜੀ ਸੀਗੇ ਉਸ ਵੇਲੇ ਬਲਵਿੰਦਰ ਸਿੱਧੂ ਜੀ, ਮੈਂ ਚੀਫ ਮੈਨੇਜਰ ਇਨਪੁੱਟ ਸੀਗਾ। ਮੈਂ ਉਹਨਾਂ ਕੋਲ ਗਿਆ, ਮੈਂ ਡਾਇਰੈਕਟਰ ਸਾਹਿਬ ਵੀ ਅਕਤੂਬਰ ਨਵੰਬਰ 'ਚ ਜਦੋਂ ਦੀਵਾਲੀ ਦੇ ਲਾਗੇ ਬਿਜਾਈ ਹੋਣੀ ਕਣਕ ਦੀ, ਆਈ ਐਮ ਐਕਸਪੈਕਟਿੰਗ ਕਿ ਫਾਰਮਰਸ ਵਿਲ ਹੈਵ ਟੂ ਕਮ ਔਨ ਰੋਡਸ, ਕਿਉਂਕਿ ਉਹਨਾਂ ਕੋਲ ਜੇ ਸ਼ਾਰਟੇਜ ਰਹੀ ਅਤੇ ਬਿਜਾਈ ਨਹੀਂ ਹੋਣੀ DAP ਤੋਂ ਬਗੈਰ, ਅਤੇ ਆਪਾਂ ਇਹਦਾ ਹੱਲ ਕਰ ਲਈਏ। ਕਹਿੰਦੇ ਕੀ ਹੱਲ ਆ? ਮੈਂ ਕਿਹਾ ਜੀ ਆਪਾਂ CM ਸਾਹਿਬ ਕੋਲ ਚੱਲੀਏ ਜੀ, ਅਤੇ CM ਸਾਹਿਬ ਨੂੰ ਕਹੀਏ ਵੀ ਸਾਨੂੰ 7-8 ਕਰੋੜ ਰੁਪਏ ਦੀ ਇੱਕ ਅਮਦਾਦ ਚਾਹੀਦੀ ਹੋਏਗੀ। ਮਾਰਕਫੈਡ ਵਿਲ ਵਲੰਟੀਅਰ ਕਿ ਅਸੀਂ ਕੋਈ 500 ਕਰੋੜ ਦਾ ਲੋਨ ਲਵਾਂਗੇ, ਅਤੇ ਐਡਵਾਂਸ ਪੇਮੈਂਟ ਆਪਾਂ ਜੁਲਾਈ 'ਚ ਜਾ ਕੇ ਸਪਲਾਇਰ ਨੂੰ ਦਿੱਲੀ ਜਾ ਕੇ ਦੇ ਆਈਏ ਜੀ, ਸੋ ਦੈਟ ਜਦੋਂ ਕਮਿਟਮੈਂਟ ਐਡਵਾਂਸ ਪੇਮੈਂਟ ਜਾਂਦੀ ਆ ਅਤੇ ਕਮਿਟਮੈਂਟ ਨਿਭਾਉਣੀ ਪੈਂਦੀ ਆ। ਅਤੇ ਜਿਹੜਾ ਉਸ ਪੀਰੀਅਡ ਦਾ 3-4 ਮਹੀਨੇ ਦਾ ਵਿਆਜ ਹੋਏਗਾ, 5-7 ਕਰੋੜ ਰੁਪਏ ਬਣਨਾ ਸੀ, ਉਹ ਵਿਆਜ ਨਾ ਤਾਂ ਮਾਰਕਫੈਡ ਬੇਅਰ ਕਰ ਸਕਦੀ ਆ, ਨਾ ਅਸੀਂ ਫਾਰਮਰ 'ਤੇ ਪਾ ਸਕਦੇ ਹਾਂ, ਨਾ ਅਸੀਂ ਕੋਆਪਰੇਟਿਵ ਸੋਸਾਇਟੀ 'ਤੇ ਪਾ ਸਕਦੇ ਹਾਂ। ਅਤੇ ਗੌਰਮੈਂਟ ਸੈਕਟਰ 'ਚ ਲੱਕੀਲੀ ਗੌਰਮੈਂਟ ਆਫ ਇੰਡੀਆ ਦੇ ਕੁਛ RKVY ਅਸੀਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਕੋਈ ਫੰਡ ਵੀ ਆਉਂਦੇ ਸੀਗੇ। ਉਹ ਕਹਿੰਦੇ ਮੇਰੇ ਕੋਲ ਫੰਡ ਹੈਗੇ, ਆਪਾਂ CM ਸਾਹਿਬ ਦੀ ਯੈਸ ਲੈਣੇ। CM ਸਾਹਿਬ ਗਏ ਅਤੇ ਅਸੀਂ ਯੈਸ ਲੈ ਕੇ ਆ ਗਏ। ਮੈਂ ਉਹ ਮਾਰਕਫੈਡ ਦੇ MD ਸਾਹਿਬ ਕੋਲ ਪਰਮਿਸ਼ਨ ਲੈ ਕੇ ਦਿੱਲੀ ਜਾ ਕੇ ਬੁੱਕ ਕਰ ਲਿਆ। ਔਰ ਜਦੋਂ ਵਿਜੇ ਜੀ ਸੀਜ਼ਨ ਆਇਆ, ਕੰਟਰੀ 'ਚ ਰੌਲੇ ਪਏ। ਆਈ ਐਮ ਪ੍ਰਾਊਡ ਟੂ ਸ਼ੇਅਰ ਵਿਦ ਯੂ ਕਿ 22 ਮਾਰਚ 2009 ਨੂੰ ਔਨ ਦੀ ਫਲੋਰ ਆਫ ਪਾਰਲੀਮੈਂਟ ਜੀ, ਉਸ ਵੇਲੇ ਦੇ ਫਰਟੀਲਾਈਜ਼ਰ ਮਿਨਿਸਟਰ ਸੀਗੇ ਸ਼੍ਰੀਕਾਂਤ ਜੈਨਾ। ਉਹਨਾਂ ਨੂੰ ਇਹ ਜੋ ਕੁਐਸਚਨ ਹੋਇਆ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਫਾਰਮਰਸ ਸੜਕਾਂ 'ਤੇ ਆ ਗਏ ਕਿ ਜੀ ਸਾਡੀ DAP ਤੁਸੀਂ ਕੀਤਾ ਨਹੀਂ, ਗੌਰਮੈਂਟ ਆਫ ਇੰਡੀਆ ਨੂੰ ਬਲੇਮ ਕਰਨ ਲੱਗੇ। ਉਹਨਾਂ ਨੇ ਕਿਹਾ ਔਨ ਰਿਕਾਰਡ ਹੈ, ਗੋ ਟੂ ਪੰਜਾਬ ਮਾਰਕਫੈਡ, ਲਰਨ ਫਰੋਮ ਦੈਮ ਹਾਊ ਹੈਵ ਦੇ ਹੈਂਡਲ ਦਾ ਕ੍ਰਾਈਸਿਸ। ਐਡਵਾਂਸ ਸਟਾਕਿੰਗ ਕਰੋ। ਅਸੀਂ ਜੁਲਾਈ ਅਗਸਤ ਸਤੰਬਰ ਵਿੱਚ ਹੀ ਮਾਲ ਲੈ ਕੇ ਰੱਖ ਲਿਆ ਸੀਗਾ ਗੋਦਾਮਾਂ 'ਚ। ਸੋ ਮੈਂ ਐਗਜ਼ਾਮਪਲ ਤਾਂ ਦਿੱਤੀ ਹੈ ਕਿ ਜੇ ਤੁਸੀਂ ਐਂਟੀਸਪੇਟ ਕਰ ਲੈਂਦੇ ਆ ਅਤੇ ਇੱਕ ਸਟੇਟ ਵੀ ਨਾਲ ਲੈ ਕੇ ਤੇ ਚੱਲਦੇ ਆ, CM ਸਾਹਿਬ ਕੋਈ ਵੀ ਸਟੇਟ CM ਹੋਣ, ਹੁਣ ਪਤਾ ਹੁੰਦਾ ਵੀ ਸਾਡਾ ਕ੍ਰਾਈਸਿਸ ਪੋਲੀਟੀਕਲ ਕ੍ਰਾਈਸਿਸ ਆਊਗਾ, ਦੇ ਆਰ ਸਪੋਜ਼ ਟੂ ਹੈਲਪ ਫਾਰਮਰ। ਸੋ ਮੈਂ ਇੱਕ ਐਗਜ਼ਾਮਪਲ ਤਾਂ ਦਿੱਤੀ, ਇੱਦਾਂ ਕੰਮ ਕਰੋਗੇ ਤੁਸੀਂ ਤਾਂ ਇਹ ਹੁੰਦਾ। ਹੁਣ ਆਪਾਂ ਆਈਏ ਪ੍ਰੈਜ਼ੈਂਟ 'ਤੇ ਜੀ। ਵਿਜੇ ਜੀ, ਅਸੀਂ ਫਾਰਮਰ ਦੀ ਬਹੁਤ ਵਾਰੀ ਗੱਲ ਚਰਚਾ ਚੱਲਦੀ ਵੀ ਕਣਕ ਝੋਨਾ ਝੋਨੇ ਨੇ ਸਾਡਾ ਬਹੁਤ ਨੁਕਸਾਨ ਕੀਤਾ, ਕਣਕ ਅਸੀਂ ਬਹੁਤ ਪੈਦਾ ਕੀਤੀ ਆ, ਕੰਟਰੀ ਦਾ ਫੂਡ ਬਾਉਲ ਭਰਿਆ, ਬਟ ਡਾਇਵਰਸੀਫਿਕੇਸ਼ਨ ਵੀ ਅਸੀਂ ਗੌਰਮੈਂਟ ਗੱਲ ਕਰਦੀ ਆ, ਲੇਕਿਨ ਹੈਪਨ ਕਿਉਂ ਨਹੀਂ ਹੋ ਰਹੀ? ਬਿਕਾਜ਼ ਆਫ ਮਾਰਕੀਟਿੰਗ ਕੰਸਟ੍ਰੇਂਟਸ। ਮੈਂ ਸਾਰੀ ਉਮਰ ਕੋਲ MBA ਕੀਤੀ, ਮੈਂ 84 'ਚ। ਮੈਂ ਮਾਰਕੀਟਿੰਗ ਦਾ ਬੰਦਾ। ਮਾਰਕੀਟਿੰਗ 'ਚ ਮੈਂ ਇਹ ਸਮਝਦਾ ਕਿ ਜਦ ਤੱਕ ਅਸੀਂ ਫਾਰਮਰ ਦੀ ਆਲਟਰਨੇਟ ਕ੍ਰੌਪ ਨੂੰ ਮੰਡੀ ਨਹੀਂ ਪ੍ਰਦਾਨ ਕਰਦੇ, ਫਾਰਮਰ ਕਿਉਂ ਬੀਜੇਗਾ ਚੀਜ਼? ਉਹ ਚੀਜ਼ ਤਾਂ ਹੀ ਬੀਜੇਗਾ ਜੇ ਉਹਨੂੰ ਮੰਡੀ ਸ਼ੁੱਡ ਹੋਏਗੀ। ਉਸ ਖੇਤਰ ਵਿੱਚ ਪੰਜਾਬ ਐਗਰੋ ਇੰਡਸਟਰੀਜ਼, ਮਾਰਕਫੈਡ, ਵੇਰਕਾ ਅੱਛਾ ਕੰਮ ਹੋ ਰਿਹਾ, ਪਰ ਭਗਵੰਤ ਮਾਨ ਜੀ ਦੇ CM ਬਣਨ ਤੋਂ ਬਾਅਦ ਮੋਮੈਂਟਮ ਵਿਜ਼ੀਬਲ ਹੋ ਗਿਆ। ਉਹਨਾਂ ਨੇ ਵੇਰਕਾ ਦਾ, ਉਹਨਾਂ ਨੇ ਮਾਰਕਫੈਡ ਦਾ, ਪੰਜਾਬ ਐਗਰੋ ਦਾ ਇੰਨਾ ਕੁ ਜ਼ਿਆਦਾ ਉਹ 'ਚ ਇੰਟਰਸਟ ਲਿਆ ਹੋਇਆ, ਇੰਨਾ ਅਫਸਰ ਨੂੰ ਉਹਨਾਂ ਨੇ ਕਮਾਂਡ ਦਿੱਤੀ ਔਰ ਇੰਨਾ ਫ੍ਰੀ ਹੈਂਡ ਦਿੱਤਾ ਕਿ ਮੈਂ 2-2.5 ਸਾਲ ਤੋਂ ਪੰਜਾਬ ਐਗਰੋ ਦੇ ਆਰਗੈਨਿਕ ਪ੍ਰੋਡਕਟ ਜਿਹੜੇ 5 ਰਿਵਰਸ ਆ, ਕਿਉਂ ਮਾਰਕਫੈਡ ਤਾਂ 19 'ਚ ਰਿਟਾਇਰ ਹੋ ਗਿਆ, I was honorary promoting the brand 5 Rivers as organic product। ਤੁਸੀਂ ਖੁਸ਼ ਹੋਵੋਗੇ
ਕਿ ਜਿਹੜੀ ਆਰਗੈਨਿਕ ਬਾਸਮਤੀ, ਜੀ, ਆਰਗੈਨਿਕ ਆਟਾ, ਪਲਸਿਸ, ਫਾਈਵ ਰਿਵਰ ਬ੍ਰਾਂਡ ਤਿਆਰ ਕਰ ਲਈਆਂ ਅਗਰੋਂ ਨੇ। ਹੁਣ ਅਸੀਂ ਵੇਟ ਕਰ ਰਹੇ ਹਾਂ ਤੁਹਾਡੇ ਵਿਦੇਸ਼ੀ ਮੰਡੀਆਂ ਦੇ ਰਿਸਪੌਂਸ ਦੀ, ਕਿ ਜੇ ਸਾਡੇ ਕੋਲੋਂ ਇੱਥੇ ਮੈਂ ਹੁਣ ਅਮਰੀਕਾ ਜਾ ਕੇ ਆਇਆ, ਮੈਂ ਫਿਰ ਹੁਣ ਸ਼ਿਕਾਗੋ ਜਾਣਾ, ਮੇਰੀ ਇੱਛਾ ਕਿ ਜਿਹੜੇ ਤੁਹਾਡੇ ਹੋਲ ਫੂਡ ਚੇਨ ਨੇ, ਤੁਹਾਡੇ ਸੇਫਵੇ ਆ, ਤੁਹਾਡੇ ਕੈਨੇਡਾ ਵਿੱਚ ਵੱਡੇ ਵੱਡੇ ਜਿਹੜੀਆਂ 7 ਫੂਡ ਆ, ਤੁਹਾਡਾ ਲੋਬਲਾਵ ਆ, ਇਹਨਾਂ ਚੇਨ ਦੇ ਵਿੱਚ ਕਿਉਂ ਨਹੀਂ ਬਿਗ ਵਿੱਚ ਸਾਡੇ ਆਰਗੈਨਿਕ ਪ੍ਰੋਡਕਟ, ਸਾਡੇ ਗੁੜ ਸ਼ੱਕਰ, ਹੁਣ ਅਸੀਂ ਆਰਗੈਨਿਕ ਸ਼ੱਕਰ ਬਣਾਈ, ਆਰਗੈਨਿਕ ਗੁੜ ਬਣਾਇਆ। ਸਾਡੇ ਹੁਸ਼ਿਆਰਪੁਰ 'ਚ ਕਈ ਫਾਰਮਰਸ ਆ ਜਿਨ੍ਹਾਂ ਨੇ ਕਈ ਸਾਲਾਂ ਤੋਂ ਖਾਦ ਦਵਾਈ ਨਹੀਂ ਪਾਈ, ਰੇਹਾਂ ਸਪਰੇਆਂ ਤੋਂ ਉੱਪਰ ਆ। ਬਾਸਮਤੀ ਪ੍ਰੋਡਕਸ਼ਨ ਦੇ ਵਿੱਚ ਮਿਲਰਸ ਨੇ, ਫਾਰਮਰਸ ਨੇ, ਵਿਦ ਦੀ ਸਪੋਰਟ ਆਫ ਐਗਰੀਕਲਚਰ ਡਿਪਾਰਟਮੈਂਟ PAU ਇੰਨਾ ਕੰਮ ਕੀਤਾ ਕਿ ਅਸੀਂ ਹੁਣ ਫਾਰਮਰ ਨੂੰ ਇਸ ਗੱਲ ਦਾ ਕਨਵਿੰਸ ਕਰ ਲਿਆ ਕਿ ਆ ਪਰਮਿਸਿਬਲ ਲਿਮਿਟਸ ਆ, ਇਹ ਤੋਂ ਬਿਯੋਂਡ ਤੁਸੀਂ ਦਵਾਈ ਖਾਦ ਨਹੀਂ ਪਾਉਣੀ, ਤੇ ਦੇ ਆਰ ਅਡਾਪਟਡ। ਤੇ ਉਹ ਪ੍ਰੋਡਕਟ ਹੁਣ ਰੈਡੀ ਹੈ ਜੀ, ਬਿਲਕੁਲ ਰੈਡੀ ਟੂ ਸ਼ਿਪ ਹੈ, ਬਿਲਕੁਲ ਰੈਡੀ ਹੈ ਜੀ। ਅਸੀਂ ਰੈਡੀ ਕਰਕੇ, ਮੇਰਾ ਪਰਪਸ ਆ, ਮੈਂ CM ਸਾਹਿਬ ਨੂੰ ਮਿਲ ਕੇ ਆਇਆ, ਮੈਂ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਆਇਆ ਧਾਲੀਵਾਲ ਸਾਹਿਬ ਨੂੰ, ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਸ਼ਰਮਾ ਜੀ ਕਨੈਕਟੀਵਿਟੀ ਕਰਾਈਏ ਆਪਾਂ, ਕਿਉਂਕਿ ਜੇ ਫਾਰਮਰ ਦੀ ਉਸ ਪ੍ਰੋਡਿਊਸ ਨੂੰ, ਮੈਂ ਅਮਰੀਕਾ ਵੀ ਹੁਣ ਕੈਲੀਫੋਰਨੀਆ ਇਸ ਤੋਂ ਲਾਸਟ ਵੀਕ ਸੀਗਾ, ਮੈਂ ਇਹੀ ਬੇਨਤੀ ਕਰਕੇ ਆਇਆ ਕਿ ਜਿੱਥੇ ਮੇਰੇ ਪੰਜਾਬੀ ਭਰਾਵਾਂ ਦੇ ਰਿਸੋਰਸਿਸ ਹੈਗੇ ਆ, ਮੈਨੂੰ ਪਤਾ ਤੁਹਾਡੀ ਕੈਪੇਬਿਲਿਟੀ ਦਾ, ਮੈਨੂੰ ਪਤਾ ਕੈਨੇਡਾ ਦੇ ਲੋਕ ਜਿਹੜੇ ਉਹਨਾਂ ਦੀ ਵੱਡੀਆਂ ਫੂਡ ਚੇਨ 'ਚ ਹੱਥ ਪੈਂਦੇ ਆ, ਵਾਈ ਡੋਂਟ ਵੀ ਆਸਕ ਦੇਮ। ਅਸੀਂ ਸੈਂਪਲ ਭੇਜਣ ਲਈ ਤਿਆਰ ਹਾਂ, ਸਾਡੇ ਕੋਲ ਸੈਂਪਲ ਮੰਗਵਾਉਣ, ਪ੍ਰੋਡਕਟ ਨੂੰ ਪਹਿਲਾਂ ਆਪਣੀ CFAI ਤੁਹਾਡੀ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਉਹ ਤੋਂ ਪਾਸ ਕਰਾਓ, USFDA ਤੋਂ ਉੱਥੋਂ ਅਸੀਂ ਪਾਸ ਕਰਾਓ, ਵੀਲ ਕੁਆਲੀਫਾਈ, ਅਸੀਂ ਕੁਆਲੀਫਾਈ ਕਰਾਂਗੇ, ਅਸੀਂ ਕੁਆਲੀਫਾਈ ਕਰਨ ਤੋਂ ਬਾਅਦ ਹੀ ਪ੍ਰੋਡਕਟ ਤੁਹਾਨੂੰ ਭੇਜਾਂਗੇ। ਤੇ ਜਿਹੜਾ ਇਹਦਾ ਪ੍ਰੋਸੈਸ ਆ, ਉਹ ਪ੍ਰੋਸੈਸ ਜਿਹੜੇ ਵੀ ਕਿਸੇ ਸਪਲਾਇਰ ਨਾਲ ਔਨ ਦਾ ਗਰਾਊਂਡ ਇੱਥੋਂ ਵਾਲੇ ਜਿਹੜੇ ਟਰੇਡਰਸ ਨੇ ਡੀਲ ਕਰ ਰਹੇ ਨੇ ਉਹਨੂੰ ਹੀ ਅਪਰੋਚ ਕਰਨ, ਜਾਂ ਫਿਰ ਇਹ ਡਾਇਰੈਕਟਲੀ ਅਪਰੋਚ ਕਰਨਾ ਹੈ ਟੂ ਦਾ ਗਵਰਨਮੈਂਟ? ਦੇਖੋ, ਵੈਸੇ ਤਾਂ ਇਹ ਪ੍ਰਾਈਵੇਟ ਟੂ ਪ੍ਰਾਈਵੇਟ ਹੀ ਹੋਏਗਾ ਜੀ, ਬਟ B2B ਆ, ਪਰ ਮੈਂ B2B, ਪਰ ਮੈਂ ਹੈਪੀ ਹੋਊਂਗਾ ਕਿ ਜੇ ਤੁਹਾਡੀਆਂ ਵੱਡੀਆਂ ਚੇਨਸ ਆ, ਕੋਸਕੋ ਆ, ਹੋਲ ਫੂਡ ਆ, ਇੱਥੋਂ ਦੀਆਂ ਚੇਨਸ ਆ, ਉਹ ਸਾਡੇ ਫਾਰਮਰ ਤੱਕ ਪਹੁੰਚਣ, ਅਸੀਂ ਬਾਏਬੈਕ ਅਰੇਂਜਮੈਂਟ ਕਰਕੇ ਫਾਰਮਰ ਨਾਲ ਲਿੰਕ ਕਰਾਈਏ, ਬਿਕੋਜ਼ ਇਹ ਕੰਪਨੀਆਂ, ਇਹਨਾਂ ਕੋਲ ਸੈੱਲ ਇੱਕ ਨੂੰ ਹੁੰਦੇ ਆ, ਇਹਨਾਂ ਕੋਲ ਵਿੰਗਸ ਹੁੰਦੇ ਆ, ਦੇ ਬਾਈਬੈਕ ਅਰੇਂਜਮੈਂਟਸ ਆ। ਮੇਰੀ ਵਿਜ਼ਨ ਇਹ ਹੈਗਾ ਕਿ ਅਸੀਂ ਫਾਰਮਰ ਦਾ ਬਾਈਬੈਕ ਕਰਾਈਏ, ਜਿਹੜੀ ਉਹਨੇ ਬਾਸਮਤੀ ਬੀਜੀ ਆ, ਉਹਨੂੰ ਜੇ ਅੱਜ ਮਿਲ ਰਿਹਾ 3000 ਰੁਪਈਆ ਜੀ, ਜੇ ਸਾਡੀ ਫੋਰਨ ਕੰਪਨੀ ਉਹਨੇ 4000 ਦੇ ਲਈ ਤਿਆਰ ਹੋ ਜੂਗੀ, ਉਹਦੀ ਪ੍ਰੋਡਿਊਸ ਅਸੀਂ ਫਾਰਮ ਤੋਂ ਚੱਕ ਕੇ ਅਸੀਂ ਉਹਨੂੰ ਪ੍ਰੋਸੈਸ ਕਰਕੇ ਦਈਏ। ਆਫਕੋਰਸ ਅਸੀਂ ਗਵਰਨਮੈਂਟ ਆਫ ਪੰਜਾਬ, ਪ੍ਰਾਈਵੇਟ ਸੈਕਟਰ ਦੀ ਸਪੋਰਟ ਤਾਂ ਰਹੇਗੀ, ਬਟ ਮੇਰਾ ਵਿਜ਼ਨ ਹੈ ਕਿ ਅਸੀਂ ਇਹਨੂੰ ਉਸ ਜਿਹੜਾ ਸਾਡਾ ਬਾਇਰ ਆ ਉਹਨੂੰ ਵੀ ਅਸੀਂ ਬੈਸਟ ਪ੍ਰਾਈਸ ਦਈਏ, ਬੈਸਟ ਕੁਆਲਿਟੀ ਦਈਏ। ਇਹ ਆਪਾਂ ਮਤਲਬ ਸੋਚਣਾ ਚੱਲਣਾ ਚਾਹੁੰਦੇ ਹਾਂ ਜੀ। ਸਮਾਂ ਆਪਣੇ ਕੋਲ ਬਹੁਤ ਘੱਟ ਹੈ ਜੀ, ਮੈਂ ਕਈ ਹੋਰ ਤੁਹਾਡੇ ਤੋਂ ਗੱਲਾਂ ਜਾਣਨੀਆਂ ਇਹ ਚਾਹੁੰਦਾ ਕਿ ਜੇ ਆਪਾਂ ਗੱਲ ਵਾਪਸ ਕਲਾ ਜਗਤ ਵੱਲ ਲੈ ਕੇ ਆਈਏ ਜੀ, ਇੱਕ ਸਮਾਂ ਅਜਿਹਾ ਜਦੋਂ ਪੰਜਾਬੀ ਫਿਲਮਾਂ ਦਾ ਵਿੱਚ ਹੁਣ ਪਸਾਰ ਹੋਣਾ ਸ਼ੁਰੂ ਹੋਇਆ ਅਰਲੀ 2000s ਤੋਂ ਬਾਅਦ, ਕੁਝ ਫਿਲਮਾਂ ਦੇ ਵਿੱਚ ਤੁਹਾਨੂੰ ਵੇਖਿਆ ਵੀ ਗਿਆ, ਈਵਨ ਮਾਹੌਲ ਠੀਕ ਹੈ ਦੇ ਵਿੱਚ, ਹੋਰ ਕਈ ਫਿਲਮਾਂ ਦੇ ਵਿੱਚ ਤੁਹਾਡੇ ਬੜੇ ਯਾਦਗਾਰੀ ਰੋਲਸ ਨੇ। ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਜੀ ਨੂੰ ਤਾਂ ਅਸੀਂ ਕਈ ਫਿਲਮਾਂ 'ਚ ਵੇਖਿਆ, ਤੁਸੀਂ ਉੱਧਰਲੇ ਪਾਸੇ ਜ਼ਿਆਦਾ ਨਜ਼ਰ ਨਹੀਂ ਆਏ, ਉਹਦੇ ਪਿੱਛੇ ਕੀ ਕਾਰਨ ਹੋਇਆ ਜੀ? ਵਿਜੇ ਜੀ, ਟੂ ਬੀ ਵੈਰੀ ਓਨੈਸਟ, ਮੈਨੂੰ ਕੋਈ ਰਿਗਰੈਟ ਵੀ ਨਹੀਂਗਾ, ਮੇਰੀ ਜਿਹੜੀ ਮਾਰਕਫੈਡ ਨਾਲ ਕਮਿਟਮੈਂਟ ਸੀ, ਬਿਕੋਜ਼ ਜਦੋਂ ਤੁਸੀਂ ਇੱਕ ਐਕਟੀਵਿਟੀ ਹੈਡ ਰਹੇ, ਉਸ ਤੋਂ ਬਾਅਦ ਮੈਂ 2011 ਵਿੱਚ ਐਗਜ਼ੈਕਟਿਵ ਡਾਇਰੈਕਟਰ, ਅਤੇ ਮੈਂ 17 ਵਿੱਚ ਮੈਂ ਐਡੀਸ਼ਨਲ MD ਬਣ ਗਿਆ, ਅਤੇ ਤੁਹਾਡੀ ਰਿਸਪੋਂਸੀਬਿਲਿਟੀ ਵੀ ਹੁੰਦੀ ਆ, ਤੁਹਾਡੀ ਟਾਈਮ ਰਿਕੁਆਇਰਮੈਂਟ ਵੀ, ਹੁਣ ਤੁਸੀਂ ਰੇਡੀਓ ਕਰਦੇ ਆ, ਤੁਹਾਨੂੰ ਪਤਾ ਕਿ ਟਾਈਮ ਇਨਵੋਲਵਮੈਂਟ ਕਿੰਨੀ ਹੋ ਜਾਂਦੀ ਹੈ। ਸੋ ਮੇਰੀ ਜਿਹੜੀ ਟਾਈਮ ਇਨਵੋਲਵਮੈਂਟ ਮਾਰਕਫੈਡ ਪ੍ਰਤੀ ਸਮਰਪਿਤ ਰਹੀ, ਬਲਕਿ ਮੈਂ ਲੱਕੀ ਵੀ ਰਿਹਾ ਕਿ ਮੇਰੀ ਜਿਹੜੀ ਕਮਿਟਮੈਂਟ ਲੈਵਲ ਆ ਉਹ ਹਾਈ ਹੋਣ ਕਰਕੇ, ਜਾਂ ਮੇਰੀ ਟਰਾਂਸਪੇਰੈਂਸੀ, ਮੈਂ ਆਈ ਟਰਾਈ ਟੂ ਬੀ ਟਰੂ ਆਊਟ ਓਨੈਸਟ ਇਨ ਮਾਈ ਪਰਫੋਰਮੈਂਸ, ਉਹਦੇ ਕਰਕੇ ਮੈਨੂੰ ਅਨਪ੍ਰੈਸੀਡੈਂਟਡ ਗਰੋਥ ਵੀ ਮਿਲੀ ਜੀ। ਮੈਂ ਚੀਫ ਮੈਨੇਜਰ ਵੀ ਸਮੇਂ ਤੋਂ ਪਹਿਲਾਂ ਬਣ ਗਿਆ, ਮੈਂ ED ਵੀ, ਮੈਂ ਐਡੀਸ਼ਨਲ MD ਵਾਸਤੇ ਤਾਂ ਮੈਨੂੰ ਲੱਗਦਾ ਕਿ ਮੈਂ ਸੁਪਨਾ ਵੀ ਨਹੀਂ ਸੋਚਿਆ ਸੀਗਾ। ਮਾਰਕਫੈਡ ਕ੍ਰੀਏਟਡ ਏ ਪੋਸਟ ਫॉर ਮੀ, ਔਰ ਮੈਨੂੰ ਮਤਲਬ ਉਹ ਪੋਸਟ ਜਿਹੜੀ ਆ, ਜਦੋਂ ਆਰਡਰ ਆਏ ਤਾਂ ਕਿਹਾ ਗਿਆ ਸੀਗਾ ਕਿ ਆਫਟਰ ਰਿਟਾਇਰਮੈਂਟ BM ਸ਼ਰਮਾ ਦਿਸ ਪੋਸਟ ਵਿਲ ਅਬੋਲਿਸ਼, ਯਾਨੀ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਮਾਨ, ਬਿਕੋਜ਼ ਆਫ ਮਾਈ ਕਮਿਟਮੈਂਟ ਟੂ ਦੀ ਵਰਕ। ਤਾਂ ਇਸ ਕਰਕੇ ਮੈਨੂੰ ਲੱਗਦਾ ਸੀ ਫਿਲਮਾਂ ਵਿੱਚ ਮੈਂ ਜਾਣਬੁੱਝ ਕੇ ਸਲੋ ਕਰਤਾ ਸੀ ਕਿ ਮੇਰਾ ਟਾਈਮ ਕੰਸਟ੍ਰੇਂਟ ਸੀਗੀ, ਬਟ ਜਦੋਂ ਮੈਂ ਰਿਟਾਇਰ ਹੋਇਆ, ਹੁਣ ਭੱਲਾ ਜੀ ਨੇ ਕਿਹਾ ਕਿ ਆਪਾਂ ਛਨਕਾਟੇ ਵਾਸਤੇ ਵੀ ਰੀਥਾਟ ਲੈ ਰਹੇ ਹਾਂ, ਫਿਲਮਾਂ 'ਚ ਵੀ ਜਿੰਨਾ ਕਿ ਮੈਨੂੰ ਕੋਈ ਪਰਫੋਰਮੈਂਸ ਦੇ ਓਪਰਚੁਨਿਟੀ ਆ ਰਹੀ ਹੈ, ਮੈਂ ਜਾ ਰਿਹਾ। ਔਰ ਮੈਂ 31 ਮਾਰਚ 2023 ਤੋਂ ਬਾਅਦ ਜਿਹੜੀਆਂ ਗਵਰਨਮੈਂਟ ਅਸਾਈਨਮੈਂਟ ਮੇਰੇ ਕੋਲ ਕੁਛ ਸੀਗੀਆਂ, ਮੀਡੀਆ ਐਡਵਾਈਜ਼ਰ ਵਗੈਰਾ, ਉਹ ਵੀ ਮੈਂ ਹੁਣ ਬਿਲਕੁਲ ਸਟਾਪ ਕਰਤੀਆਂ। ਆਈ ਐਮ ਫੁੱਲੀ ਡਿਵੋਟਡ ਟੂ ਮਾਈ ਓਨ ਵਰਕ, ਮਾਈ ਪੈਸ਼ਨ ਆਫ ਐਕਸਪੋਰਟਸ ਆਫ ਫੂਡ ਐਂਡ ਮਾਈ ਮੀਡੀਆ ਐਂਡ ਐਂਟਰਟੇਨਮੈਂਟ। ਅੱਛਾ, ਇਹ ਦੱਸਿਓ ਸ਼ਰਮਾ ਸਾਹਿਬ, ਕਿਉਂਕਿ ਤੁਸੀਂ ਜਸਵਿੰਦਰ ਭੱਲਾ ਜੀ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹੋ, ਤੁਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ PAU ਦੇ ਵਿੱਚ ਇਕੱਠੇ ਪੜ੍ਹੇ, ਜਦੋਂ ਕਈ ਵਾਰੀ ਪ੍ਰੋਫੈਸ਼ਨਲੀ ਤੁਸੀਂ ਸੇਮ ਕੰਮ ਕਰ ਰਹੇ ਹੋ, ਵਿਚਰ ਰਹੇ ਹੋ, ਇੱਕ ਟੀਮ ਬਣ ਜਾਂਦੀ ਆ, ਅਤੇ ਉਹਦੇ ਵਿੱਚ ਇੰਨੇ ਲੰਬੇ ਸਮੇਂ ਉਸ ਅੰਡਰਸਟੈਂਡਿੰਗ ਨੂੰ ਬਰਕਰਾਰ ਰੱਖ ਸਕਣਾ, ਦੋਸਤੀ ਦੀ ਵੀ ਬੜੀ ਵਧੀਆ ਮਿਸਾਲ ਹੈ ਇਹ, ਕਿਉਂਕਿ ਚਲੋ ਤੁਹਾਡੀ ਦੋਸਤੀ ਅਜਿਹੀ ਜਿਹੜੀ ਕਿ ਵਿਸ਼ਵ ਪ੍ਰਸਿੱਧ ਹੋਈ, ਪਰ ਕਈ ਵਾਰੀ ਦੋਸਤਾਂ ਦੇ ਮਨਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੋਈ ਮਲਾਲ ਪੈਦਾ ਹੋ ਜਾਂਦਾ।
ਦੋਸਤੀ ਨੂੰ ਬਰਕਰਾਰ ਰੱਖਣ ਲਈ ਕਿਹੜਾ ਅਜਿਹਾ ਗੁਰ ਹੈ, ਕਿਹੜੀ ਅਜਿਹੀ ਇੱਕ ਸੇਧ ਹੈ ਜਿਹੜੀ ਤੁਸੀਂ ਬਾਕੀ ਦੀ ਜਨਰੇਸ਼ਨ ਨੂੰ, ਯੰਗਸਟਰਸ ਨੂੰ ਦੇ ਸਕਦੇ ਹੋ ਕਿ ਜਿਹੜੀ ਸਦੀਵੀ ਦੋਸਤੀਆਂ ਨੇ ਉਹ ਡਿਸਪਾਈਟ ਆਫ ਬੀਇੰਗ ਇਨ ਦ ਸੇਮ ਪ੍ਰੋਫੈਸ਼ਨ, ਕਈ ਵਾਰੀ ਸੇਮ ਪ੍ਰੋਫੈਸ਼ਨ 'ਚ ਸੇਮ ਕੰਮ ਕਰਦੇ ਹੋਏ ਰਾਈਵਲਰੀ ਵੀ ਪਣਪ ਜਾਂਦੀ ਆ, ਉਹਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ? ਤੁਸੀਂ ਇਹ ਕਿਵੇਂ ਕੀਤਾ? ਵਿਜੇ ਜੀ, ਕਿਸੇ ਵੀ ਮੈਂ ਦੇਖਿਆ ਰਿਲੇਸ਼ਨਸ਼ਿਪ ਦਾ ਆਧਾਰ ਹੁੰਦਾ ਇੱਕ ਮਿਊਚੁਅਲ ਟਰਸਟ ਲੈਵਲ। ਹਾਂਜੀ। ਅਤੇ ਦੂਸਰਾ, ਜਸਵਿੰਦਰ ਭੱਲਾ ਜੀ ਨੂੰ ਐਜ਼ ਕਮੇਡੀਅਨ ਤਾਂ ਆਪਾਂ ਸਾਰੀ ਦੁਨੀਆ ਜਾਣਦੀ ਆ। ਐਜ਼ ਏ ਪਰਸਨ ਮੈਂ ਉਹਨਾਂ ਨੂੰ 42-43 ਸਾਲ ਤੱਕ ਵਿਚਰ ਰਿਹਾ। ਹੀ ਇਜ਼ ਏ ਵੰਡਰਫੁਲ ਨੋਬਲ ਪਰਸਨ ਫਰੋਮ ਹਾਰਟ ਜੀ। ਉਹਨਾਂ ਦੀ ਮਤਲਬ ਸਾਡੀ ਜਿਹੜੀ ਤੁਸੀਂ ਕੁਐਸਚਨ ਕੀਤਾ ਕਿ ਸਾਡੀ ਆਪਸ 'ਚ ਜਿਹੜੇ ਕਲਾਕਾਰ ਤੌਰ 'ਤੇ ਵੀ ਲੰਬਾ ਸਮਾਂ ਕਿਵੇਂ ਨਿਭੀ, ਮੈਂ ਉਹਦੀ ਇੱਕ ਐਗਜ਼ਾਮਪਲ ਤੁਹਾਡੇ ਸ਼ਹਿਰ ਦੀ ਕੋਟ ਕਰਦਾ ਹੁੰਦਾ। ਵੈਨਕੂਵਰ 'ਚ 93-95 ਅਸੀਂ ਸ਼ੋਅ ਲੈ ਕੇ ਆਏ। ਇਸ ਸ਼ਹਿਰ ਦੇ ਵਿੱਚ ਉਸ ਵੇਲੇ ਜਿਹੜਾ TV ਚੈਨਲ ਸੀਗਾ, ਉਹਦੀ ਹੋਸਟ ਮੈਡਮ ਨੇ ਔਨ ਏਅਰ ਲਾਈਵ ਸ਼ੋਅ 'ਚ ਇੱਕ ਕੁਐਸਚਨ, ਬੜਾ ਮੈਂ ਲਫ਼ਜ਼ ਸਟੂਪਿਡ ਤਾਂ ਨਹੀਂ ਵਰਤਦਾ, ਬਹੁਤ ਮਾੜਾ ਕੁਐਸਚਨ ਕਰਤਾ। ਉਹ ਮੈਡਮ ਕਹਿੰਦੇ, ਸ਼ਰਮਾ ਜੀ, ਭੱਲਾ ਜੀ, ਤੁਸੀਂ ਇਕੱਠੇ ਵਿਚਰਦੇ ਆ, ਛਨਕਾਟਾ ਤਰ੍ਹਾਂ ਦੇਖਦੇ ਆ, ਤੁਸੀਂ ਕਿੰਨਾ ਕੰਟਰੀਬਿਊਟ ਭੱਲਾ ਜੀ ਕਰਦੇ, ਸ਼ਰਮਾ ਜੀ ਤੁਸੀਂ ਤੁਹਾਡੀ ਇਨਪੁੱਟ ਕਿੰਨੀ ਹੁੰਦੀ ਆ, ਜਦੋਂ ਫਿਰ ਪੇਮੈਂਟ ਮਿਲਦੀ ਆ ਉਹ ਫਿਰ ਤੁਸੀਂ ਕਿਵੇਂ ਡਿਸਟਰੀਬਿਊਟ ਕਰਦੇ ਆ ਆਪਸ 'ਚ? ਅਤੇ ਭੱਲਾ ਸਾਹਿਬ ਕਹਿੰਦੇ, ਮੈਡਮ ਸਾਡੀ ਇੰਟਰਵਿਊ ਕਹਿੰਦੇ ਲੜਾਈ ਕਰਾਉਣ ਲੱਗੇ ਆਪਸ 'ਚ। ਅਤੇ ਮੈਂ ਕਿਹਾ, ਮੈਡਮ ਮੈਂ ਤੁਹਾਨੂੰ ਆਨਸਰ ਕਰਦਾ ਕਿ ਅਸੀਂ, ਸਾਡਾ ਦੋਨਾਂ ਦਾ ਇੱਕ ਅਨਰਿਟਨ ਟਰਾਂਸਪੇਰੈਂਟ ਐਗਰੀਮੈਂਟ ਆ। ਹਾਕੀ ਆਪਾਂ ਖੇਡਦੇ ਹਾਂ, ਹਾਕੀ ਦੇ ਵਿੱਚ ਜਿਹੜਾ ਹਰ ਪਲੇਅਰ ਦਾ ਯੋਗਦਾਨ ਆ, ਪਰ ਜਿਹੜਾ ਬੰਦਾ ਫੱਟਾ ਖੜਕਾਉਂਦਾ ਨਾ, ਜਿਹੜਾ ਡੀਪ ਜਾ ਕੇ ਫਾਈਨਲ ਗੋਲ ਕਰਦਾ, ਆਪਾਂ ਗੋਲ ਉਹਨੂੰ ਦਿੰਦੇ ਹਾਂ। ਹਾਂਜੀ। ਅਤੇ ਮੈਂ ਅਤੇ ਭੱਲਾ ਜੀ ਨੇ ਸੋਚਿਆ ਕਿ ਮੈਂ ਡਰਿਬਲ ਕਰਕੇ ਬਾਲ ਜਿਹੜਾ ਉਹ ਡੀਪ 'ਚ ਪਹੁੰਚਾਉਣਾ ਜੀ, ਅਤੇ ਭੱਲਾ ਜੀ ਨੇ ਹਿੱਟ ਕਰਕੇ ਗੋਲ ਮਾਰਨਾ ਜੀ। ਪਰ ਇੱਕ ਪਿੱਛੋਂ ਡਰਿਬਲ ਕਰਕੇ ਬਾਲ ਲਿਆਉਣਾ ਵੀ ਇੱਕ ਰੋਲ ਹੁੰਦਾ ਜੀ। ਅਤੇ ਜੇ ਅਸੀਂ ਦੋਨੋਂ ਗੋਲ ਨੂੰ ਕਰਾਂਗੇ ਤਾਂ ਸਾਡਾ ਆਪਸ 'ਚ ਇੱਕ ਕੰਪੀਟੀਸ਼ਨ ਹੋ ਜਾਊਗਾ। ਬਿਲਕੁਲ। ਅਤੇ ਉਹ ਇੱਕ ਟੀਮ ਵਰਕ ਸਾਡਾ ਹੈਗਾ। ਅਤੇ ਉਹ ਬੜੀ ਖੁਸ਼ ਹੋਈ ਮੈਡਮ। ਅਤੇ ਉਸ ਤੋਂ ਮੈਨੂੰ ਲੱਗਾ ਕਿ ਓਨੈਸਟਲੀ ਵਿਜੇ ਜੀ, ਕਿਉਂਕਿ ਜਦੋਂ ਆਪਾਂ ਇੱਕ ਟੀਮ 'ਚ ਕੰਮ ਕਰਦੇ ਨਾ, ਅਤੇ ਟੀਮ ਦੇ ਵਿੱਚ ਸਫਲਤਾ ਜ਼ਿਆਦਾ ਜ਼ਰੂਰੀ ਹੁੰਦੀ ਆ, ਨਾ ਕਿ ਕਿੰਨਾ ਵੱਧ ਘੱਟ। ਕੋਲੈਬੋਰੇਸ਼ਨ ਜ਼ਰੂਰੀ ਹੈ, ਕੰਪੀਟੀਸ਼ਨ ਨਹੀਂ ਆਪਸ ਵਿੱਚ। ਯੈਸ। ਉਹ ਕਰਕੇ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਮੈਂ ਸੋਚਦਾ ਕਿ ਜਦੋਂ ਅਸੀਂ ਛਨਕਾਟੇ ਕੀਤੇ ਅਤੇ ਭੱਲਾ ਜੀ ਨੇ ਕ੍ਰੀਏਟਿਵਿਟੀ ਕਮਾਂਡ ਸੰਭਾਲੀ ਸਕ੍ਰਿਪਟਿੰਗ ਦੀ, ਉਹਦੀ ਪ੍ਰੋਡਕਸ਼ਨ ਦੇ ਵਿੱਚ ਕਿੱਥੋਂ ਕੈਮਰੇ ਆਉਣੇ ਆ, ਕਿੱਥੋਂ ਬਾਕੀ ਖਾਣਾ ਪੀਣਾ ਆਉਣਾ, ਟਰਾਂਸਪੋਰਟ ਆਉਣੀ, ਉਹ ਸਾਰਾ ਐਡਮਿਨਿਸਟ੍ਰੇਸ਼ਨ ਜਮਾ ਮੇਰੇ ਕੋਲ ਹੁੰਦਾ ਸੀਗਾ। ਸੋ ਵੀ ਯੂਜ਼ ਟੂ ਕੰਪਾਰਟਮੈਂਟਾਈਜੇਸ਼ਨ ਡਿਪਾਰਟਮੈਂਟ ਕਰ ਲੈਣੇ ਅਤੇ ਕੰਮ ਰਲ ਕੇ ਕਰਨਾ। ਅਤੇ ਅੱਜ ਦੀ ਡੇਟ ਤੱਕ ਵੀ ਮਤਲਬ ਮੈਨੂੰ ਖੁਸ਼ੀ ਹੈ ਕਿ ਅਗਲੀ ਜਨਰੇਸ਼ਨ ਤੱਕ ਵੀ ਸਾਡੀ ਜਿਹੜੀ ਕੈਰੀ ਫਾਰਵਰਡ, ਉਹਨਾਂ ਦੀ ਬੇਟੀ ਮੇਰੀ ਬੇਟੀ ਦੀ ਫਰੈਂਡ ਆ, ਉਹਨਾਂ ਦਾ ਬੇਟਾ ਮੇਰੇ ਬੇਟੇ ਦਾ ਫਰੈਂਡ ਆ, ਵਾਈਫ ਸਾਡੀਆਂ ਫਰੈਂਡ ਆ, ਐਂਡ ਵੇਅਰ ਵੀ ਹੈਵ ਟਰੈਵਲਡ, ਅੱਗੇ ਵੀ ਟਰੈਵਲ ਕਰਾਂਗੇ, ਉਹ ਇਨਲੈਂਡ ਜਾਂ ਆਊਟਰ ਕੰਟਰੀ ਇਕੱਠੇ ਟਰੈਵਲ ਕਰਦੇ ਆ। ਸੋ ਛਨਕਾਟਾ ਛੇਤੀ ਆ ਰਿਹਾ ਜੀ? ਅਸੀਂ ਤਾਂ ਜੀ ਕਾਫੀ ਜ਼ਿਆਦਾ ਸਰਗਰਮ ਹੈਗੇ ਸੀਗੇ। ਭੱਲਾ ਜੀ ਦੀ ਵਿਅਸਤਤਾ ਬਹੁਤ ਜ਼ਿਆਦਾ ਆ, ਫਿਲਮਾਂ 'ਚ ਬਹੁਤ ਬਿਜ਼ੀ ਆ। ਹੁਣ ਵੀ ਆ, ਕੱਲ੍ਹ ਪਰਸੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਮਤਲਬ ਪ੍ਰਮੋਸ਼ਨ ਵਾਸਤੇ ਗਏ ਹੋਏ ਆ। ਮੂਵੀ ਆ ਰਹੀ ਆ ਕੈਰੀਨ ਜੱਟਾ ਪਾਰਟ 3 3 ਜੁਲਾਈ ਨੂੰ, ਇਸ ਕਰਕੇ ਬਹੁਤ ਬਿਜ਼ੀ ਚੱਲ ਰਹੇ ਆ। ਪਰ ਉਹਨਾਂ ਨੂੰ ਇਹ ਕਿਸੇ ਵੱਡੇ ਚੈਨਲ ਦੀ ਆਫਰ ਆਈ ਆ ਕਿ ਆਪਾਂ ਇਹਨੂੰ ਛਨਕਾਟੇ ਨੂੰ ਇੱਕ ਸਟੇਜ ਸ਼ੋਅ ਦੇ ਵਿੱਚ ਲੈ ਕੇ ਆਈਏ। ਕੀ ਬਾਤ ਹੈ। ਅਤੇ ਅਸੀਂ ਉਹਨੂੰ ਔਨ ਸੋਸ਼ਲ ਮੀਡੀਆ ਅਤੇ ਸੈਟਲਾਈਟ TV 'ਤੇ ਕਾਫੀ ਉਤਸਕ ਹੈਗੇ ਆ। ਲੈਟ ਅਸ ਸੀ ਕਦੋਂ ਇਹ ਚੀਜ਼ ਸਿਰੇ ਚੜ੍ਹਦੀ ਆ। ਬਾਲਮੁਕੰਦ ਸ਼ਰਮਾ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਜੀ ਕਰਦਾ ਗੱਲਾਂ ਕਰੀ ਜਾਈਏ, ਪਰ ਵਕਤ ਹੋਰ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਮਿਹਰਬਾਨੀ।